अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਸਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਤੇ ਕਿਸਾਨ ਦੋਸਤੋ, ਅੱਜ ਆਪਾਂ ਜਨਾਬ ਕਰਦੇ ਪਏ ਬਾਰੀਆ ਮਕਈ ਦੀ ਤਿਆਰੀ। ਤੇ ਟਰੈਕਟਰ ਹੈ ਆਪਣੇ ਕੋਲ ਜਨਾਬ MF 385 ਤੇ ਪਿੱਛੇ ਜਨਾਬ ਠੋਸ ਹੱਲ 11 ਫਲ ਬਗੈਰ ਸਪਰਿੰਗਾਂ ਵਾਲਾ। ਉਸ ਦੀ ਤੁਹਾਨੂੰ ਪਰਫਾਰਮੈਂਸ ਵਿਖਾਣੇ ਹੈ ਤੇ ਮਜ਼ੀਦ ਗੱਪਸ਼ਪ ਕਰਨੇ ਹੈ ਮਕਈ ਦੇ ਬਾਰੇ। ਤੇ ਕਿਸਾਨ ਵੀਰ ਭਰਾਓ, ਆਲੂ ਦੀ ਪਟਾਈ ਤੋਂ ਬਾਅਦ ਜਨਾਬ ਪਹਿਲੀ ਵਾਰੀ ਆਪਾਂ ਹੱਲ ਨਹੀਂ ਫੇਰੇ, ਪਹਿਲੀ ਵਾਰੀ ਆਪਾਂ ਫੇਰਾ ਜਨਾਬ ਰੂਟਾਵੇਟਰ। ਉਸ ਤੋਂ ਬਾਅਦ ਆਪਾਂ ਫੇਰਦੇ ਪਏ ਜਨਾਬ ਹੱਲ 85 ਨਾਲ। ਤੇ ਉਸ ਤੋਂ ਬਾਅਦ ਆਪਾਂ ਫਿਰ ਇੱਕ ਰੂਟਰ ਫੇਰਾਂਗੇ ਤੇ ਫਿਰ ਮਕਈ ਵਾਸਤੇ ਬੈੱਡ ਬਣਾਵਾਂਗੇ। ਸਿੰਗਲ ਖਲੀ ਨਹੀਂ ਬਣਾਉਣੀ ਕਿਉਂਕਿ ਹੁਣ ਲੇਟ ਹੋ ਚੁੱਕੀ ਹੈ, ਤੇ ਹੁਣ ਬੈੱਡ ਹੀ ਬਣਾਵਾਂਗੇ ਤਾਂ ਕਿ ਗਰਮੀ ਆਉਂਦੀ ਪਈ ਹੈ ਤੇਜ਼ੀ ਨਾਲ। ਤੇ ਕੋਠਾ ਜਿਹੜਾ ਹੁੰਦਾ ਹੈ ਬੈੱਡ, ਉਹ ਜਨਾਬ ਗਰਮੀ ਨੂੰ ਬਰਦਾਸ਼ਤ ਕਰਦਾ ਹੈ। ਤੇ ਇਸ ਵਾਸਤੇ ਜਿੰਨੇ ਵੀ ਕਿਸਾਨ ਵੀਰ ਭਰਾ ਨੇ ਉਹ ਜ਼ਿਆਦਾਤਰ ਜਿਹੜਾ ਹੈ ਨਾ ਬੈੱਡ ਤੇ ਮਕਈ ਨੂੰ ਕਾਸ਼ਤ ਕਰਦੇ ਨੇ। ਤੇ ਬੀ ਆਪਾਂ ਲਾਉਣ ਲੱਗੇ ਜੇ ਜਨਾਬ 6317 ਜਿਹੜਾ ਲੋਕਲ ਬੀ ਹੈ ਉਹ ਆਪਾਂ ਨਹੀਂ ਲਾਉਂਦੇ ਪਏ। ਇੱਕ ਸਾਲ ਮੈਂ ਲਾਇਆ ਸੀ, ਅੱਜ ਤੋਂ ਕੋਈ 4 ਸਾਲ ਪਿਛਾਂ ਜਾਈਏ ਤੇ ਇੱਕ ਦੋਸਤ ਹੈਗਾ ਸੀ, ਉਹਨੇ ਆਖਿਆ ਵੀ ਆਹ ਬੀ ਲਾ ਬੜਾ ਵਧੀਆ ਹੈ। ਜਦੋਂ ਲਾਇਆ ਤੇ ਫਿਰ ਉਹਦੀ ਜਿਹੜੀ ਪੈਦਾਵਾਰ ਹੋਈ ਉਹ 60-70 ਮਣ ਹੋਈ। ਤੇ ਉਦੋਂ ਫਿਰ ਜਨਾਬ ਆਪਾਂ ਹੱਥ ਖੜੇ ਕਰ ਦਿੱਤੇ ਵੀ ਲੋਕਲ ਬੀ ਜਿਹੜਾ ਹੈ ਨਾ ਉਹ ਬਿਲਕੁਲ ਨਹੀਂ ਲਾਉਣਾ। ਤੇ ਲੋਕਲ ਬੀ ਬਿਲਕੁਲ ਨਹੀਂ ਲਾਉਣਾ। ਤਾਂ ਆਪਣੇ ਜਿੰਨੇ ਵੀ ਦੋਸਤ ਵੀਰ ਭਰਾ ਹੈਗੇ ਨੇ ਜੋ ਮਕਈ ਦੀ ਕਾਸ਼ਤ ਕਰਦੇ ਨੇ, ਜਿਹੜੇ ਐਕਸਪਰਟ ਹੈਗੇ ਨੇ ਉਹਨਾਂ ਨੂੰ ਤਾਂ ਫਿਰ ਪਤਾ ਹੈ। ਤੇ ਜਿਹੜੇ ਮੇਰੇ ਰੰਗੇ ਨਵੇਂ ਕਾਸ਼ਤਕਾਰ ਹੈਗੇ ਨੇ ਮਕਈ ਦੇ ਮਾਮਲੇ 'ਚ, ਉਹਨਾਂ ਵਾਸਤੇ ਮਤਲਬ ਇੱਕ ਸਬਕ ਹੈ ਵੀ ਕਦੀ ਵੀ ਲੋਕਲ ਬੀ ਨਹੀਂ ਲੈਣਾ ਕਿਉਂਕਿ ਉਹਦੀ ਜਿਹੜੀ ਪੈਦਾਵਾਰ ਉਹ ਘੱਟ ਹੁੰਦੀ ਹੈ। ਤੇ ਬਾਕੀ ਜਿਹੜਾ ਹਾਈਬ੍ਰਿਡ ਬਾਹਰ ਦਾ ਬੀ ਹੈ ਉਹ ਵੀ ਜਦੋਂ ਤੁਸੀਂ ਲੈਣਾ ਹੈ ਤਾਂ ਉਹ ਲਾਜ਼ਮੀ ਜਨਾਬ ਤੁਸੀਂ ਉਹਨਾਂ ਦੋਸਤਾਂ ਕੋਲ ਲੈਣਾ ਜਿਨ੍ਹਾਂ 'ਤੇ ਤੁਹਾਨੂੰ ਫੁੱਲ ਐਤਮਾਦ ਹੋਵੇ, ਤਾਂ ਕਿ ਬੀ ਦੇ ਵਿੱਚ 2 ਨੰਬਰੀ ਨਾ ਹੋਵੇ। ਤੇ ਬੀ ਹੋਵੇਗਾ 1 ਨੰਬਰ ਤੇ ਪੈਦਾਵਾਰ ਇਨਸ਼ਾਅੱਲਾ ਤਾਲਾ ਹੋਵੇਗੀ 100+। ਤੇ ਬਾਕੀ ਮੈਂ ਆਪਣੇ ਵੀਰ ਭਰਾ ਨੂੰ ਦੱਸਦਾ ਚੱਲਾਂ, ਮਕਈ ਪੂਰੇ ਟਾਈਮ ਤੇ ਲਾ ਲਓ ਤੇ ਫਰਵਰੀ ਦੇ ਵਿੱਚ ਹੀ ਲਾਓ। ਮਾਰਚ 'ਚ ਲਾਉਣ ਦਾ ਫਾਇਦਾ ਕੋਈ ਨਹੀਂ ਹੈਗਾ ਕਿਉਂਕਿ ਗਰਮੀ ਜ਼ਿਆਦਾ ਜਲਦੀ ਆ ਗਈ ਹੈ। ਤੇ ਫਿਰ ਮੇਰਾ ਖਿਆਲ ਹੈ ਵੀ ਤੁਹਾਨੂੰ ਜਿਹੜਾ ਹੈ ਨਾ ਝਾੜ ਵਿੱਚ ਪ੍ਰੋਬਲਮ ਆ ਸਕਦੀ ਹੈ। ਇਸ ਵਾਸਤੇ ਫਰਵਰੀ ਦੇ ਮਹੀਨੇ ਵਿੱਚ ਹੀ ਮਕਈ ਨੂੰ ਮੁਕੰਮਲ ਕਰੋ। ਤੇ ਇਹ ਜਿਹੜਾ ਹੱਲ ਹੈ ਦੋਸਤੋ, ਇਹਦੇ ਬਾਰੇ ਵੀ ਮੈਂ ਆਪਣੇ ਵੀਰ ਨੂੰ ਦੱਸਣਾ ਚੱਲਾਂ ਵੀ ਇਹ ਮਲਟੀਲੇਜ਼ਰ ਸੋਲੂਸ਼ਨ ਵਾਲੇ ਹੈਗੇ ਨੇ ਦੀਪਾਲਪੁਰ ਤੋਂ, ਕਿਸੇ ਤਾਰਫ ਦੇ ਮੁਤਾਜ ਨਹੀਂ ਚੌਧਰੀ ਸਾਜਿਦ ਸਾਹਿਬ। ਤੇ ਪਹਿਲੇ ਉਹਨਾਂ ਜਨਾਬ ਲੇਜ਼ਰ ਬਣਾਉਂਦੇ ਸਨ ਕਿਸਾਨ ਵੀਰ ਭਰਾਵਾਂ ਵਾਸਤੇ, ਤੇ ਹੁਣ ਵੀ ਬਣਾ ਰਹੇ ਨੇ। ਤੇ ਲੇਜ਼ਰ ਉਹਨਾਂ ਦਾ ਕਮਾਲ ਦਾ, ਮਸ਼ੀਨਾਂ ਕਮਾਲ ਦੀਆਂ। ਤੇ ਉਸ ਦੇ ਨਾਲ ਉਹਨਾਂ ਫਿਰ ਮਜ਼ੀਦ ਜਿਹੜਾ ਨਾ ਦੋਸਤਾਂ ਨੇ ਵੀਰ ਭਰਾਵਾਂ ਨੇ ਰਿਕੁਐਸਟ ਕੀਤੀ, ਮੈਂ ਵੀ ਉਹਨਾਂ ਨੂੰ ਆਖਿਆ ਵੀ ਚੌਧਰੀ ਸਾਹਿਬ ਮਜ਼ੀਦ ਜਿਹੜੇ ਨੇ ਸਹੀ ਹਾਲਾਤ ਉਹ ਤੁਸੀਂ ਬਣਾਓ। ਉਹਨਾਂ ਜਨਾਬ ਹੱਲ, ਰੂਟਰ, 618 ਲੇਜ਼ਰ, ਜੋ ਕੋਈ ਕਿਸਾਨ ਕਹਿੰਦਾ ਉਹਨਾਂ ਦੀ ਡਿਮਾਂਡ ਹੈ ਉਹ ਬਣਾ ਕੇ ਦੇ ਰਹੇ ਨੇ ਮਾਸ਼ਾਅੱਲਾ। ਤੇ ਇਹ ਜਿਹੜਾ ਹੈਗਾ ਹੱਲ ਦੋਸਤੋ, ਇਹਦੀ ਜਿਹੜੀ ਪੋਜੀਸ਼ਨ ਹੈ ਜਾਂ ਇਹਦਾ ਜੋ ਲੱਗ ਹੈ, ਜਿਸ ਤਰੀਕੇ ਹੁਣ ਤੁਸੀਂ ਵੇਖਦੇ ਪਏ ਹੋਗੇ ਇਹ ਆਲੂ ਵਾਲੀ ਜ਼ਮੀਨ ਹੈ। ਤੇ ਪਹਿਲੇ ਆਪਾਂ ਰੂਟਾਵੇਟਰ ਫੇਰਿਆ ਹੋਇਆ ਤੇ ਇਹਦੇ ਵਿੱਚ ਜਿਹੜੇ ਬਾਕੀਆਤ ਹੈਗੀਆਂ ਨੇ ਨਾ, ਇਹ ਜਿਸ ਤਰੀਕੇ ਆਮ ਹੱਲ ਦੇ ਵਿੱਚ ਫਸ ਜਾਂਦੀਆਂ ਨੇ ਸਪਰਿੰਗ ਵਾਲੇ ਹੱਲ ਵਿੱਚ, ਤੇ ਇਹਦੇ ਵਿੱਚ ਫਸਦੀਆਂ ਨਹੀਂ ਕਿਉਂਕਿ ਇਹਦੇ ਖਾਲੀ ਕੋੜ ਹੈਗੇ ਨੇ ਤੇ ਕੂੜਾਂ ਦੇ ਵਿੱਚੋਂ ਹੀ ਨਾ ਉਹ ਨਿਕਲ ਜਾਂਦੀਆਂ ਨੇ। ਤੇ ਉਹਦੇ ਵਿੱਚ ਫਸਣ ਦੇ ਜ਼ਿਆਦਾ ਚਾਂਸ ਹੁੰਦੇ ਨੇ ਜਿਹੜਾ ਸਪਰਿੰਗ ਵਾਲਾ ਹੱਲ ਹੁੰਦਾ ਹੈ। ਤੇ ਦੋਸਤੋ, ਅਗਰ ਕੋਈ ਦੋਸਤ ਹੱਲ ਲੈਣਾ ਚਾਹੁੰਦਾ ਹੋਵੇ ਜਾਂ ਲੇਜ਼ਰ ਲੈਣਾ ਚਾਹੁੰਦਾ ਹੋਵੇ ਤੇ ਦੀਪਾਲਪੁਰ ਜਨਾਬ ਉਹਨਾਂ ਦਾ ਸ਼ੋਰੂਮ ਹੈ। ਤੇ ਉੱਥੋਂ ਜਨਾਬ ਤੁਸੀਂ ਹੱਲ, ਰੂਟਾਵੇਟਰ, ਲੇਜ਼ਰ ਕਰਾ ਤੁਸੀਂ ਲੈ ਸਕਦੇ ਹੋ। ਤੇ ਟਰੈਕਟਰ ਆਉਂਦਾ ਆਪਣੇ ਕਰੀਬ, ਤੁਹਾਨੂੰ ਮੈਂ ਜਨਾਬ ਨਾਲ ਰੋਕ ਕੇ ਵਿਖਾਣਾ ਵੀ ਕੀ ਪੋਜੀਸ਼ਨ ਹੈ ਤੇ ਕਿਸ ਤਰ੍ਹਾਂ ਬਣਾ ਹੋਇਆ ਹੈ, ਤਾਂ ਕਿ ਜਿਨ੍ਹਾਂ ਦੋਸਤਾਂ ਨੇ ਲੈਣਾ ਹੋਵੇ ਤਾਂ ਲਾਜ਼ਮੀ ਜਨਾਬ ਲੈ ਲਵਾਂਗੇ। रुपया जी रुपया है। राबता नंबर है जी।
ਇਹਦੀ ਬਨਾਵਟ बहुत ही कमाल का लग गया दोस्तों। तकड़ा ते चीज़ल की जगह तुसीं इहनूं इस्तेमाल कर सकते हो जिथे तुसीं मकई दी खिलां बनानियां होवन या आलू लावणे होवन या जिथे भी तुसां लोड़ होवे भी असां जनाब ना चीज़ल फेरना है तो ये फेरोगे तो मेरा ख्याल है भी कमाल का रिजल्ट मिलेगा इंशाल्लाह। तो दोस्तों परफॉर्मेंस तुसें वेख ली है तो गपशप भी होगी खास करके बीत बारे। तो हुण मैनूं तो इजाजत, तुहाडा भरा मियां मोहम्मद अफजल भट्टू। अल्लाह हाफिज़, पाकिस्तान जिंदाबाद।